कोरोना के लगातार ਵਧਦੇ खतरे ਨੂੰ ਵੇਖਦਿਆਂ ਹੋਇਆ केंद्र सरकार ने 3 मई तक ਦਾ पूरे मुल्क ਦੇ ਵਿੱਚ लॉकडाउन ਦਾ ਐਲਾਨ ਕੀਤਾ ਹੋਇਆ। ਇਸ ਨੂੰ ਵੇਖਦਿਆਂ ਹੋਇਆ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ 20 ਅਪ੍ਰੈਲ ਤੋਂ ਬਾਅਦ ਕੁਝ ਰਿਆਇਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ, ਕੁਝ ਸੈਕਟਰਾਂ ਨੂੰ ਰਿਆਇਤਾਂ ਦਿੱਤੀਆਂ ਜਾਣਗੀਆਂ। ਕਿਹੜੀਆਂ-ਕਿਹੜੀਆਂ ਉਹ ਰਿਆਇਤਾਂ ਹੋਣਗੀਆਂ, ਕਿਹੜੇ-ਕਿਹੜੇ ਸੈਕਟਰ ਦੇ ਵਿੱਚ ਦਿੱਤੀਆਂ ਜਾਣਗੀਆਂ, ਕੀ ਉਹਦੇ ਨੇਮ ਹੋਣਗੇ, ਕੀ ਉਹਦੀਆਂ ਸ਼ਰਤਾਂ ਹੋਣਗੀਆਂ, ਇਸ ਬਾਰੇ ਲਗਾਤਾਰ ਸਾਨੂੰ ਫੋਨ, WhatsApp ਕਾਲ, ईमेल मैसेज फेसबुक ਤੇ बहुत सारे कमेंट आए कि घट्टो घट्ट ਸਾਨੂੰ ਇਹ ਦੱਸਿਆ ਜਾਵੇ ਕਿ ਉਹ ਕਿਹੜਾ ਸੈਕਟਰ ਹੈ ਜਿਸ ਨੂੰ 20 ਅਪ੍ਰੈਲ ਤੋਂ ਬਾਅਦ ਰਿਆਇਤ ਮਿਲੇਗੀ, 20 ਅਪ੍ਰੈਲ ਤੋਂ ਬਾਅਦ ਉਹ ਖੁੱਲੇਗਾ। ਉਹ ਸਾਰੇ ਸੈਕਟਰ ਸਾਨੂੰ ਦੱਸੇ ਜਾਣ। ਹਾਲਾਂਕਿ ਕੱਲ ਵੀ ਅਸੀਂ ਡਿਬੇਟ ਕੀਤੀ ਸੀ ਇਸ ਤੇ, ਪਰ ਫਿਰ ਵੀ ਤੁਹਾਡੇ ਲਈ ਇੱਕ ਖਾਸ ਪੇਸ਼ਕਸ਼ ਲੈ ਕੇ ਆਏ ਹਾਂ ਜਿਹਦੇ ਵਿੱਚ ਤੁਹਾਨੂੰ ਇੱਕ ਗੱਲ ਬਿਲਕੁਲ ਕਲੀਅਰ ਹੋ ਜਾਏਗੀ ਕਿ ਕਿਹੜਾ ਸੈਕਟਰ 20 ਅਪ੍ਰੈਲ ਤੋਂ ਬਾਅਦ ਖੁੱਲੇਗਾ, ਕੀ ਉਸ ਦੀਆਂ ਰਿਆਇਤਾਂ ਹੋਣਗੀਆਂ, ਕੀ ਉਸ ਦੇ ਲਈ ਸ਼ਰਤਾਂ ਹੋਣਗੀਆਂ, ਕੀ ਉਸ ਦੇ ਲਈ ਨੇਮ ਹੋਣਗੇ ਜਿਸ ਤੋਂ ਬਾਅਦ ਉਹ ਖੋਲ੍ਹਿਆ ਜਾ ਸਕਦਾ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕਿਸਾਨੀ ਖੇਤਰ ਤੋਂ ਕਰਦੇ ਹਾਂ ਕਿ ਕਿਸਾਨਾਂ ਨੂੰ ਕਿਹੜੀ ਰਾਹਤ ਹੈ ਜਿਹੜੀ ਮਿਲਣ ਵਾਲੀ ਹੈ। ਮੇਰੇ ਪਿੱਛੇ ਸਕਰੀਨ ਦੇਖ ਰਹੇ ਹੋ ਕਿ ਕਿਸਾਨ ਭਾਈਚਾਰੇ ਨੂੰ ਵਾਢੀ ਤੋਂ ਲੈ ਕੇ ਜਿੰਸ ਦੇ ਵਿਕਣ ਤੱਕ ਦੀ ਛੋਟ ਮਿਲੀ ਹੈ। ਸੋ ਕਿਸਾਨ ਭਾਈਚਾਰੇ ਲਈ ਇਹ ਚੰਗੀ ਖਬਰ ਹੈ ਕਿ ਉਹਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ, ਉਹ ਆਪਣੀ ਵਾਢੀ ਵੀ ਕਰ ਸਕਣਗੇ ਖੇਤਾਂ ਦੇ ਵਿੱਚ, ਔਰ ਕਣਕ ਦੀ ਭਰਾਈ ਕਰਨ ਤੋਂ ਬਾਅਦ ਉਹ ਮੰਡੀਆਂ ਦੇ ਵਿੱਚ ਵੀ ਲੈ ਕੇ ਜਾਣਗੇ, ਮੰਡੀਆਂ ਦੇ ਵਿੱਚ ਉਸ ਨੂੰ ਵੇਚਣ ਤੋਂ ਬਾਅਦ ਆਪਣੇ ਘਰਾਂ ਤੱਕ ਲਿਜਾ ਸਕਦੇ ਨੇ। ਇਸ ਤੋਂ ਇਲਾਵਾ ਕਿਸਾਨੀ ਨਾਲ ਹੋਰ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ, ਹੋਰ ਜਿਹੜੇ ਸੈਕਟਰ ਜੁੜੇ ਹੋਏ ਨੇ, ਕਿਉਂਕਿ ਖਾਲੀ ਕਿਸਾਨੀ ਨਹੀਂ, ਕਿਸਾਨੀ ਨਾਲ ਹੋਰ ਸੈਕਟਰ ਬਹੁਤ ਜੁੜੇ ਹੋਏ ਨੇ, ਉਹਦੇ ਵਿੱਚ ਕੀ ਰਿਆਇਤਾਂ ਉਹ ਵੀ ਤੁਹਾਨੂੰ ਦਿਖਾਣੇ ਆ, ਕਿਉਂਕਿ ਇਹ ਰਿਆਇਤਾਂ ਬਹੁਤ ਜ਼ਰੂਰੀ ਨੇ ਦਿਖਾਣੀਆਂ। ਕਿਸਾਨੀ ਨਾਲ ਜੁੜੀ ਮਸ਼ੀਨਰੀ ਦੀ ਸਪੇਅਰ ਪਾਰਟ ਅਤੇ ਰਿਪੇਅਰ ਦੀਆਂ ਦੁਕਾਨਾਂ ਖੋਲ੍ਹਣ ਨੂੰ ਮਨਜ਼ੂਰੀ, ਕਿਉਂਕਿ ਜਦੋਂ ਮਸ਼ੀਨਰੀ ਵਰਤੋਂ ਦੇ ਵਿੱਚ ਆਏਗੀ, ਕੰਬਾਈਨਾਂ ਵਰਤੋਂ ਦੇ ਵਿੱਚ ਆਉਣਗੀਆਂ, ਟਰੈਕਟਰ ਟਰਾਲੀਆਂ ਵਰਤੋਂ ਦੇ ਵਿੱਚ ਆਉਣਗੀਆਂ, ਤਾਂ ਉਹਨਾਂ ਦੇ ਵਿੱਚ ਖਰਾਬੀ, ਕੋਈ ਨੁਕਸ ਆ ਜੇ ਤਾਂ ਬੜਾ ਜ਼ਰੂਰੀ ਹੈ ਕਿ ਸਪੇਅਰ ਪਾਰਟ ਉਹਦੇ ਰਿਪੇਅਰ ਦੀਆਂ ਦੁਕਾਨਾਂ, ਉਹ ਸਾਰੀਆਂ ਚੀਜ਼ਾਂ ਵੀ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ। ਸੋ ਸਰਕਾਰ ਨੇ ਕਿਹਾ ਕਿ ਟਰੈਕਟਰ ਅਤੇ ਖੇਤੀ ਸੰਦਾਂ ਨਾਲ ਜੁੜੀਆਂ ਹੋਈਆਂ ਰਿਪੇਅਰ ਸਪੇਅਰ ਦੀਆਂ ਦੁਕਾਨਾਂ ਜਿਹੜੀਆਂ ਉਹ ਵੀ ਖੋਲੀਆਂ ਜਾਣਗੀਆਂ। ਇਹ ਵੀ ਕਿਸਾਨੀ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਕਿਸਾਨੀ ਨਾਲ ਸੰਬੰਧਿਤ ਉਹ ਦੱਸਦੇ ਹਾਂ। ਕਿਸਾਨੀ ਨਾਲ ਸੰਬੰਧਿਤ ਖਾਦ, ਦਵਾਈਆਂ, ਰੇਹਾਂ, ਸਪਰੇਆਂ, ਬੀਜਾਂ ਦੀਆਂ ਦੁਕਾਨਾਂ ਖੋਲ੍ਹਣ ਨੂੰ ਵੀ ਮਨਜ਼ੂਰੀ ਹੈ, ਕਿਉਂਕਿ ਜੇ ਕਿਸਾਨ ਖੇਤਾਂ ਦੇ ਵਿੱਚ ਜਾ ਰਿਹਾ ਤਾਂ ਵਾਢੀ ਤੋਂ ਬਾਅਦ ਜਿਹੜੀਆਂ ਚੀਜ਼ਾਂ ਉਹਨੂੰ ਚਾਹੀਦੀਆਂ ਨੇ, ਉਹਨਾਂ ਨੂੰ ਰੇਹਾਂ ਚਾਹੀਦੀਆਂ, ਸਪਰੇਆਂ ਚਾਹੀਦੀਆਂ, ਖਾਦ ਚਾਹੀਦਾ, ਬੀਜ ਚਾਹੀਦੇ ਨੇ, ਉਹਨਾਂ ਸਾਰੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਉਹ 20 ਅਪ੍ਰੈਲ ਤੋਂ ਬਾਅਦ ਉਹ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਖੁੱਲ੍ਹ ਸਕਦੀਆਂ ਨੇ। ਕਿਸਾਨੀ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਨੇ, ਕਿਉਂਕਿ ਸਾਰੀਆਂ ਚੀਜ਼ਾਂ ਕਿਸਾਨੀ ਨਾਲ ਜੁੜੀਆਂ ਹੋਈਆਂ ਨੇ। ਕੰਬਾਈਨਾਂ ਤੇ ਟਰੈਕਟਰਾਂ ਨੂੰ ਸੂਬੇ 'ਚ ਤੇ ਸੂਬੇ ਤੋਂ ਬਾਹਰ ਕਿਤੇ ਵੀ ਜਾਣ ਦੀ ਮਨਜ਼ੂਰੀ ਹੈ, ਕਿਉਂਕਿ ਸਰਕਾਰ ਤੱਕ ਅਸੀਂ ਵਾਰ-ਵਾਰ ਇਹ ਸਵਾਲ ਪਹੁੰਚਾਇਆ ਸੀਗਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਡੀਆਂ ਕੰਬਾਈਨਾਂ ਰਾਜਸਥਾਨ ਫਲਾਣੀ ਜਗ੍ਹਾ ਤੇ ਫਸੀਆਂ ਹੋਈਆਂ ਨੇ, ਉਹ ਆ ਨਹੀਂ ਰਹੀਆਂ। ਹੁਣ ਸੂਬਾ ਸਰਕਾਰ ਨੇ ਕਹਿ ਦਿੱਤਾ ਕਿ ਸਾਡੇ ਤੱਕ ਤੁਸੀਂ ਪਹੁੰਚ ਕਰੋ, ਕਿਸੇ ਵੀ ਕਿਸਾਨ ਦੀ ਕੋਈ ਕੰਬਾਈਨ, ਕਿਸੇ ਠੇਕੇਦਾਰ ਦੀ ਕੰਬਾਈਨ ਕਿਤੇ ਫਸੀ ਹੋਈ ਹੈ ਤਾਂ ਉਹ ਕੰਬਾਈਨਾਂ ਨੂੰ ਇੱਥੇ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਹੈ। ਔਰ ਸਾਰੇ ਸੂਬਿਆਂ ਨੂੰ ਇਹ ਤਾਕੀਦ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਕਿ ਖੇਤੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਆਵਾਜਾਈ ਦੇ ਵਿੱਚ ਰੋਕ ਨਹੀਂ ਹੋਣੀ ਚਾਹੀਦੀ। ਤੁਹਾਡੀ ਟਰੈਕਟਰ, ਟਰਾਲੀ, ਕੰਬਾਈਨ ਕਿਤੇ ਵੀ ਨਹੀਂ ਰੋਕੀ ਜਾ ਸਕਦੀ। ਇਹ ਜਿਹੜੀਆਂ ਕਿਸਾਨ ਨਾਲ ਜੁੜੀਆਂ ਹੋਈਆਂ ਹਦਾਇਤਾਂ ਨੇ। ਇਸ ਤੋਂ ਇਲਾਵਾ ਮਨਰੇਗਾ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਹੈਗੀ ਹੈ। ਮਨਰੇਗਾ ਵਰਕਰਾਂ ਲਈ ਜਿਹੜੇ ਕੰਮ ਮਨਰੇਗਾ ਦੇ ਅਧੀਨ ਚੱਲ ਰਹੇ ਨੇ, ਸੋਸ਼ਲ ਡਿਸਟੈਂਸਿੰਗ ਦਾ ਫਰਕ ਰੱਖ ਕੇ ਉਹਨਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਹਰੀ ਝੰਡੀ ਦੇ ਦਿੱਤੀ ਗਈ ਹੈ ਕਿ ਮਨਰੇਗਾ ਵਰਕਰ ਨੇ ਜਿਹੜੇ ਉਹ ਆਪਣੇ ਸਾਰੇ ਕੰਮ ਕਰ ਸਕਦੇ ਨੇ ਉਸੇ ਤਰੀਕੇ ਦੇ ਨਾਲ ਜਿਵੇਂ ਉਹ ਪਹਿਲਾਂ ਕਰਦੇ ਸੀਗੇ, ਪਰ ਸੋਸ਼ਲ ਡਿਸਟੈਂਸਿੰਗ ਦਾ ਫਰਕ ਰੱਖਣਾ ਪਏਗਾ ਔਰ ਉਸ ਠੇਕੇਦਾਰ ਦੀ ਇਹ ਜ਼ਿੰਮੇਵਾਰੀ ਹੋਏਗੀ ਜੋ ਕੰਮ ਕਰਾ ਰਿਹਾ ਇਹ ਸਾਰੀਆਂ ਸ਼ਰਤਾਂ ਤੇ ਨਿਯਮਾਂ ਨੂੰ ਪੂਰਾ ਕਰੇ। ਸੋ ਇਹ ਮਨਰੇਗਾ ਵਰਕਰਾਂ ਲਈ ਇੱਕ ਚੰਗੀ ਖਬਰ ਹੈਗੀ ਹੈ। ਇਸ ਤੋਂ ਇਲਾਵਾ ਜਦੋਂ ਅੱਗੇ ਵਧਦੇ ਹਾਂ ਤਾਂ ਸਭ ਤੋਂ ਵੱਡੀ ਰਾਹਤ ਵਾਲੀ ਖਬਰ ਢੋਆ ਢੁਆਈ ਨਾਲ ਸੰਬੰਧਿਤ ਟਰਾਂਸਪੋਰਟ ਖੇਤਰ ਦੀ ਹੈ, ਕਿਉਂਕਿ ਕਿਸਾਨਾਂ ਨਾਲ ਇਹ ਚੀਜ਼ ਵੀ ਜੁੜੀ ਹੋਈ ਹੈ, ਟਰਾਂਸਪੋਰਟ ਵੀ ਜੁੜਿਆ ਹੋਇਆ। ਜਦੋਂ ਕਿਸਾਨਾਂ ਨੇ ਆਪਣੀ ਜਿਣਸ ਲੈ ਕੇ ਜਾਣੀ ਹੈ ਮੰਡੀਆਂ ਦੇ ਵਿੱਚ, ਫਸਲ ਲੈ ਕੇ ਜਾਣੀ ਹੈ ਮੰਡੀਆਂ ਦੇ ਵਿੱਚ, ਉਹ ਸਟੋਰੇਜ ਤੱਕ ਜਾਣੀ, ਉਹ ਆੜ੍ਹਤੀਆਂ ਤੱਕ ਜਾਣੀ, ਉਹ ਸਾਰੀਆਂ ਚੀਜ਼ਾਂ ਦੇ ਢੋਆ ਢੁਆਈ ਲਈ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਉਹਦੇ ਪ੍ਰਬੰਧ ਵੀ ਜਿਹੜੇ ਨੇ ਉਹ ਸਰਕਾਰ ਨੇ ਕਹਿ ਦਿੱਤਾ ਕਿ ਕੀਤੇ ਜਾ ਸਕਦੇ ਨੇ। ਇਸ ਤੋਂ ਇਲਾਵਾ ਟਰੱਕ ਡਰਾਈਵਰਾਂ ਤੇ ਕਲੀਨਰਾਂ ਨੂੰ ਇੱਕ ਕਰਫਿਊ ਪਾਸ ਜਾਰੀ ਕੀਤਾ ਜਾਏਗਾ। ਜਿਹੜਾ ਵੀ ਟਰੱਕ ਡਰਾਈਵਰ ਹੋਏਗਾ, ਕਲੀਨਰ ਹੋਏਗਾ, ਉਸ ਨੂੰ ਬਕਾਇਦਾ ਪਾਸ ਜਾਰੀ ਕੀਤਾ ਜਾਏਗਾ। ਉਸਨੇ ਕਿੱਥੋਂ ਕਿੱਥੇ ਤੱਕ ਜਾਣਾ ਉਸ ਪਾਸ ਦੇ ਵਿੱਚ ਹੋਏਗੀ, ਉਸ ਪਾਸ ਦੀ ਮਿਆਦ ਹੋਏਗੀ, ਕਦੋਂ ਤੱਕ ਇਹ ਪਾਸ ਹੋਏਗਾ। ਇਹ ਸਾਰੀਆਂ ਚੀਜ਼ਾਂ 20 ਅਪ੍ਰੈਲ ਤੋਂ ਬਾਅਦ ਇੰਪਲੀਮੈਂਟ ਹੋਣਗੀਆਂ। ਸਾਰੀਆਂ ਸੂਬਾ ਸਰਕਾਰਾਂ ਨੂੰ ਇਹ ਕਹਿ ਦਿੱਤਾ ਗਿਆ। ਇਸ ਤੋਂ ਇਲਾਵਾ ਜੇ ਅੱਗੇ ਵਧਦੇ ਹਾਂ ਤਾਂ ਆਪਾਂ, ਕਿਉਂਕਿ ਟਰੱਕ ਡਰਾਈਵਰ ਨੇ ਉਹਨਾਂ ਨੇ ਹਾਈਵੇਜ਼ ਤੇ ਜਾਣਾ, ਕੋਈ ਖਰਾਬੀ ਆ ਗਈ, ਕੋਈ ਪੈਂਚਰ ਹੋ ਗਿਆ, ਕੋਈ ਕੁਛ ਹੋ ਗਿਆ, ਇਸ ਦੇ ਲਈ ਸਰਕਾਰ ਨੇ ਕਹਿ ਦਿੱਤਾ ਹਾਈਵੇਜ਼ ਦੇ ਉੱਤੇ, ਸਿਰਫ ਹਾਈਵੇਜ਼ ਦੇ ਉੱਤੇ, ਮੈਂ ਦੁਬਾਰਾ ਦੁਹਰਾ ਰਿਹਾ, ਕੌਮੀ ਤੇ ਕੌਮਾਂਤਰੀ ਹਾਈਵੇਜ਼ ਦੇ ਉੱਤੇ ਜਿਨ੍ਹਾਂ ਦੀਆਂ ਦੁਕਾਨਾਂ ਨੇ, ਭਾਵੇਂ ਉਹ ਰਿਪੇਅਰ ਦੀਆਂ ਨੇ, ਭਾਵੇਂ ਉਹ ਸਪੇਅਰ ਦੀਆਂ ਨੇ ਜਾਂ ਪੈਂਚਰਾਂ ਦੀਆਂ ਨੇ, ਟਾਇਰ ਪੈਂਚਰ ਦੀਆਂ ਦੁਕਾਨਾਂ ਨੇ ਵੀ ਨੇ ਜਿਹੜੀਆਂ ਉਹ ਖੋਲ੍ਹ ਸਕਦੇ ਹੋ। ਜਿਹੜੀਆਂ ਦੁਕਾਨਾਂ ਸਿੱਧੇ ਤੌਰ ਤੇ ਟਰੱਕ ਡਰਾਈਵਰਾਂ ਦੇ ਨਾਲ ਜੁੜੀਆਂ ਹੋਈਆਂ ਨੇ, ਟਰੱਕਾਂ ਦੇ ਨਾਲ ਜੁੜੀਆਂ ਹੋਈਆਂ ਨੇ, ਜਾਂ ਹਾਈ ਵਹੀਕਲ ਜਿਹੜੇ ਨੇ, ਹੈਵੀ ਡਿਊਟੀ ਵਹੀਕਲ ਨੇ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਉਹ ਦੁਕਾਨ ਆਪਣੀ ਜਿਹੜੀ ਉਹ ਖੋਲ੍ਹ ਸਕਦੇ ਨੇ। ਇਸ ਤੋਂ ਇਲਾਵਾ
ਜਿਹੜੇ ਢਾਬੇ ਨੇ ਹਾਈਵੇਜ਼ ਤੇ ਮੌਜੂਦ ਜਿਹੜੇ ਢਾਬੇ ਨੇ ਉਹਨਾਂ ਨੂੰ ਵੀ ਖੋਲਣ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਤੁਹਾਡਾ ਕੋਈ ਰੈਸਟੋਰੈਂਟ ਹੈ, ਢਾਬਾ ਹੈ ਜਿਹੜਾ ਹਾਈਵੇ ਤੇ ਲੱਗਦਾ ਹੋਵੇ, ਉਸ ਨੂੰ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ, ਕਿਉਂਕਿ ਜੇ ਟਰੱਕ ਡਰਾਈਵਰ ਸੜਕਾਂ ਤੇ ਚੱਲਣਗੇ ਉਹਨਾਂ ਨੇ ਰੋਟੀ ਵੀ ਖਾਣੀ ਹੈ, ਉਹ ਰੋਟੀ ਕਿੱਥੋਂ ਖਾਣਗੇ? ਇਸ ਲਈ ਸੋਸ਼ਲ ਡਿਸਟੈਂਸਿੰਗ ਦਾ ਅਤੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਇਹਨਾਂ ਢਾਬਿਆਂ ਨੂੰ ਖੋਲਣ ਦੀ ਮਨਜ਼ੂਰੀ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੱਗੇ ਵਧਦੇ ਹਾਂ, ਜਦੋਂ ਇਹ ਬੜੀ ਇੰਪੋਰਟੈਂਟ ਪੁਆਇੰਟ ਹੈਗਾ ਜਿਸ ਤੇ ਸੋਚਣ ਦੀ ਜ਼ਰੂਰਤ ਵੀ ਹੈ। ਰਾਸ਼ਨ, ਸਬਜ਼ੀਆਂ, ਫਲ ਫਰੂਟ ਦੀਆਂ ਦੁਕਾਨਾਂ, ਮੀਟ ਦੀਆਂ ਦੁਕਾਨਾਂ, ਦੁੱਧ ਡੈਰੀ ਦੀਆਂ ਦੁਕਾਨਾਂ, ਮੱਛੀ ਦੀਆਂ ਦੁਕਾਨਾਂ, ਇਹ ਸਾਰੀਆਂ ਦੁਕਾਨਾਂ ਖੋਲ੍ਹਣ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਪਰ ਹੁਣ ਮੁੱਦਾ ਇਹ ਆਉਂਦਾ ਹੈ ਕਿ ਕੀ ਸੂਬਾ ਸਰਕਾਰ ਇਸ ਤੇ ਸਹਿਮਤੀ ਬਣਾ ਪਾਏਗੀ? ਕਿਉਂਕਿ ਸੂਬਾ ਸਰਕਾਰ ਦੀਆਂ ਵੀ ਕੁਝ ਮਜਬੂਰੀਆਂ ਨੇ। ਬੜੀਆਂ ਥਾਵਾਂ ਤੇ ਜੇ ਕਰੋਨਾ ਵਾਇਰਸ ਦੇ ਲਗਾਤਾਰ ਕੇਸ ਪੋਜ਼ਿਟਿਵ ਆ ਰਹੇ ਨੇ, ਕੀ ਉਸ ਏਰੀਏ ਦੇ ਵਿੱਚ ਇਹ ਦੁਕਾਨਾਂ ਖੋਲੀਆਂ ਜਾ ਸਕਦੀਆਂ ਨੇ? ਇਸ ਤੇ ਥੋੜਾ ਵਿਚਾਰ ਕਰਨਾ ਪਏਗਾ। ਪਰ ਹਾਂ, ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਹੈਗੀ ਹੈ ਕਿ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਤੁਸੀਂ ਖੋਲ ਸਕਦੇ ਹੋ। 20 ਅਪ੍ਰੈਲ ਤੋਂ ਬਾਅਦ ਸਿਰਫ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਮਿਲਣੀ ਬਾਕੀ ਹੈ। ਇਸ ਤੋਂ ਇਲਾਵਾ ਜਦੋਂ ਆਪਾਂ ਅੱਗੇ ਵਧਦੇ ਹਾਂ, ਬੈਂਕ ਤੇ ਏਟੀਐਮ ਰਹਿਣਗੇ ਖੁੱਲੇ। ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਬੈਂਕ ਤੇ ਏਟੀਐਮ ਜਿਹੜੇ ਨੇ ਉਹ ਖੁੱਲੇ ਰੱਖੇ ਜਾਣਗੇ। ਉੱਥੇ ਵੀ ਸੋਸ਼ਲ ਡਿਸਟੈਂਸਿੰਗ ਦਾ ਔਰ ਪੂਰੇ ਸੁਰੱਖਿਆ ਉਪਕਰਨਾਂ ਦਾ ਧਿਆਨ ਰੱਖਿਆ ਜਾਏਗਾ। ਬੈਂਕਾਂ ਦਾ ਕਾਰਜ ਸਿਸਟਮ ਜਿਹੜਾ ਉਹ ਉੱਦਾਂ ਹੀ ਚੱਲੇਗਾ, ਏਟੀਐਮ ਵੀ ਉੱਦਾਂ ਹੀ ਚੱਲਣਗੇ। ਉਹਨਾਂ ਦੇ ਵਿੱਚ ਪੈਸੇ ਦੀ ਘਾਟ ਨਹੀਂ ਆਉਣੀ ਚਾਹੀਦੀ। ਸੋ ਲੋਕਾਂ ਦੇ ਜਿਹੜਾ ਸ਼ਿਕਾਇਤ ਸੀਗੀ ਕਿ ਜੇ ਬੈਂਕ ਬੰਦ ਹੋ ਗਏ, ਏਟੀਐਮ ਬੰਦ ਹੋ ਗਏ ਤਾਂ ਜਿਹੜੀ ਕਰੰਸੀ ਹੈ ਉਹਦੀ ਘਾਟ ਆ ਜਾਏਗੀ, ਕੈਸ਼ ਦੀ ਘਾਟ ਆ ਜਾਏਗੀ, ਉਸ ਨੂੰ ਵੀ ਦੂਰ ਕਰ ਦਿੱਤਾ ਸਰਕਾਰ ਨੇ। ਇਸ ਤੋਂ ਅੱਗੇ ਦਾ ਜਿਹੜਾ ਪੁਆਇੰਟ ਹੈ ਉਹ ਦੇਖਦੇ ਹਾਂ। ਇੱਟਾਂ ਦੇ ਪੱਠੇ ਵੀ ਖੋਲੇ ਜਾਣ ਨੂੰ ਮਨਜ਼ੂਰੀ ਮਿਲ ਗਈ ਹੈ। ਬਹੁਤ ਵੱਡੀ ਲੇਬਰ ਜਿਹੜੀ ਇੱਟਾਂ ਦੇ ਪੱਠਿਆਂ ਤੇ ਫਸੀ ਹੁੰਦੀ ਹੈ ਜਾਂ ਕੰਮਕਾਰ ਉਹਨਾਂ ਦਾ ਸਿਰਫ ਪੱਠਿਆਂ ਤੱਕ ਹੀ ਸੀਮਤ ਹੁੰਦਾ ਹੈ। ਇਸ ਲਈ ਸਰਕਾਰ ਨੇ ਕਹਿ ਦਿੱਤਾ ਕਿ ਇੱਥੇ ਵੀ ਸੋਸ਼ਲ ਡਿਸਟੈਂਸਿੰਗ ਦਾ ਫਰਕ ਰੱਖਦਿਆਂ ਹੋਇਆਂ ਇੱਟਾਂ ਦੇ ਪੱਠਿਆਂ ਤੇ ਕੰਮ ਕੀਤਾ ਜਾ ਸਕਦਾ ਹੈ। ਉਸੇ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਜਿਵੇਂ ਪਹਿਲਾਂ ਕੀਤਾ ਗਿਆ। ਪਰ ਇੱਥੇ ਇੱਕ ਸ਼ਰਤ ਇਹ ਵੀ ਰੱਖੀ ਗਈ ਹੈ ਕਿ ਵਾਰ-ਵਾਰ ਚੈਕਿੰਗ ਕੀਤੀ ਜਾਏਗੀ, ਅਚਨਚੇਤੀ ਚੈਕਿੰਗ ਵੀ ਕੀਤੀ ਜਾਏਗੀ। ਜੇਕਰ ਪੱਠਿਆਂ ਤੇ ਸਾਰੇ ਨੇਮ ਸਹੀ ਨਾ ਹੋਏ ਤਾਂ ਪੱਠਾ ਬੰਦ ਵੀ ਕੀਤਾ ਜਾ ਸਕਦਾ। ਸੋ ਇਸ ਤੋਂ ਇਲਾਵਾ ਜਦੋਂ ਅੱਗੇ ਵਧਦੇ ਹਾਂ ਤਾਂ ਕਾਲ ਸੈਂਟਰ ਇੱਕ ਅਹਿਮ ਪੁਆਇੰਟ ਹੈ। ਇਹਦੇ ਵਿੱਚ ਥੋੜੀ ਜਿਹੀ ਕਲੈਰੀਫਿਕੇਸ਼ਨ ਅਸੀਂ ਸਰਕਾਰ ਤੋਂ ਲਈ ਹੈ ਕਿ ਕਾਲ ਸੈਂਟਰ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਰ ਕਿਹੜੇ ਕਾਲ ਸੈਂਟਰ? ਉਹ ਕਾਲ ਸੈਂਟਰ ਜੋ ਕਿਸੇ ਵੀ ਸਰਕਾਰੀ ਅਦਾਰੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਹੈਲਪ ਕਰਦੇ ਨੇ, ਉਹਨਾਂ ਦੇ ਲਈ ਡੇਟਾਬੇਸ ਤਿਆਰ ਕਰਦੇ ਨੇ। ਸਿਰਫ ਉਹ ਕਾਲ ਸੈਂਟਰ ਨੇ ਜਿਹੜੇ ਉਹ ਖੋਲ੍ਹੇ ਜਾਣ ਨੂੰ ਮਨਜ਼ੂਰੀ ਦਿੱਤੀ ਹੈ, ਕਿਉਂਕਿ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਨੇ ਜਿਹੜੀਆਂ ਉਹ ਡੇਟਾਬੇਸ ਦੇ ਨਾਲ ਜੁੜੀਆਂ ਹੋਈਆਂ ਨੇ। ਜੇ ਡੇਟਾਬੇਸ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗਾ ਤਾਂ ਸਰਕਾਰੀ ਸਕੀਮਾਂ ਕਲੈਪਸ ਹੋ ਜਾਣਗੀਆਂ, ਉਹ ਸਰਕਾਰੀ ਸਕੀਮਾਂ ਪਹੁੰਚਣਗੀਆਂ ਨਹੀਂ। ਇਸੇ ਕਰਕੇ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ। ਸੋ ਕਾਲ ਸੈਂਟਰ ਜਿਹੜੇ ਸਰਕਾਰੀ ਅਦਾਰਿਆਂ ਨਾਲ ਜੁੜੇ ਹੋਏ ਨੇ, ਸਰਕਾਰੀ ਸਕੀਮਾਂ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਔਰ ਇੱਥੇ ਵੀ ਇੱਕ ਸ਼ਰਤ ਰੱਖੀ ਗਈ ਹੈ, ਸਿਰਫ 50% ਸਟਾਫ ਹੈ ਜਿਹੜਾ ਉਹ ਆਏਗਾ। ਜੇ ਬਾਕੀ ਕੋਈ ਘਰੋਂ ਕੰਮ ਕਰਨਾ ਚਾਹੁੰਦਾ ਤਾਂ ਉਹ ਘਰੋਂ ਕਰ ਸਕਦਾ। ਇਸ ਤੋਂ ਇਲਾਵਾ ਇੱਕ ਹੋਰ ਖਾਸ ਜਿਹੜੀ ਰਿਆਇਤ ਸਰਕਾਰ ਵੱਲੋਂ ਦਿੱਤੀ ਗਈ ਹੈ, ਇਲੈਕਟ੍ਰੀਸ਼ੀਅਨ ਤੇ ਪਲੰਬਰਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜੇ ਤੁਸੀਂ ਇਲੈਕਟ੍ਰੀਸ਼ੀਅਨ ਦੇ ਧੰਦੇ ਨਾਲ ਜੁੜੇ ਹੋਏ ਹੋ ਜਾਂ ਪਲੰਬਰ ਹੋ ਤਾਂ ਤੁਹਾਨੂੰ ਕੰਮ ਕਰਨ ਦੀ ਮਨਜ਼ੂਰੀ ਹੈ। 20 ਅਪ੍ਰੈਲ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਇਹ ਆਪਣਾ ਕੰਮ ਕਰ ਸਕਦੇ ਨੇ, ਕਿਉਂਕਿ ਲੋਕਾਂ ਦੇ ਛੋਟੇ-ਛੋਟੇ ਕੰਮ ਨੇ ਜਿਹੜੇ ਉਹ ਇਲੈਕਟ੍ਰੀਸ਼ੀਅਨ ਤੇ ਪਲੰਬਰ ਦੇ ਨਾਲ ਜੁੜੇ ਹੁੰਦੇ ਨੇ। ਉਹ ਕੰਮ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਸਰਕਾਰ ਨੇ ਕਿਹਾ ਕਿ ਇਹ ਵੀ ਜਿਹੜੇ ਅਦਾਰਿਆਂ ਨਾਲ ਜੁੜੇ ਹੋਏ ਨੇ ਜਾਂ ਇੰਡੀਪੈਂਡੈਂਟ ਕੰਮ ਕਰਦੇ ਨੇ, ਇਹ ਆਪਣਾ ਕੰਮ ਕਰ ਸਕਦੇ ਨੇ 20 ਅਪ੍ਰੈਲ ਤੋਂ ਬਾਅਦ। ਪਰ ਇੱਕ ਗੱਲ ਇੱਥੇ ਬੜੀ ਸਪਸ਼ਟ ਕਰਨੀ ਜ਼ਰੂਰੀ ਹੈ, ਇਹ ਸਾਰੀਆਂ ਹਦਾਇਤਾਂ ਕੇਂਦਰ ਸਰਕਾਰ ਨੇ ਦਿੱਤੀਆਂ ਨੇ। ਇਹਨਾਂ ਤੇ ਪੰਜਾਬ ਸਰਕਾਰ ਦਾ ਕੀ ਰੁਖ ਹੈ? ਇਸ ਲਈ ਅਸੀਂ ਪੰਜਾਬ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ, ਉੱਥੋਂ ਦੇ ਉੱਚ ਅਫਸਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਸਾਰੀਆਂ ਹਦਾਇਤਾਂ ਸਾਡੇ ਕੋਲ ਆ ਚੁੱਕੀਆਂ ਨੇ, ਕੱਲ੍ਹ ਹੀ ਸਾਡੇ ਕੋਲ ਸਾਰੀਆਂ ਹਦਾਇਤਾਂ ਆਈਆਂ ਨੇ, ਅਸੀਂ ਇਹਨਾਂ ਬਾਰੇ ਵਿਚਾਰ ਕਰ ਰਹੇ ਹਾਂ। ਉਹਨਾਂ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਇਨ ਬਿਨ ਤਾਂ ਸ਼ਾਇਦ ਅਸੀਂ ਲਾਗੂ ਨਹੀਂ ਕਰ ਪਾਵਾਂਗੇ ਸਾਰੀਆਂ ਹਦਾਇਤਾਂ, ਪਰ ਕਾਫੀ ਹੱਦ ਤੱਕ ਇਹ ਹਦਾਇਤਾਂ ਨੇ ਜਿਹੜੀਆਂ ਉਹ ਅਸੀਂ ਲਾਗੂ ਕਰ ਦਾਂਗੇ। ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜਿੱਥੇ ਸਥਿਤੀ ਠੀਕ ਨਹੀਂ ਹੈ, ਜਿਨ੍ਹਾਂ ਇਲਾਕਿਆਂ ਦੇ ਵਿੱਚ ਲਗਾਤਾਰ ਮਰੀਜ਼ ਮਿਲ ਰਹੇ ਨੇ, ਕੋਈ ਹੌਟਸਪੌਟ ਨੇ, ਫਰਜ਼ ਕਰ ਲਓ ਜੇ ਪਟਿਆਲਾ ਦੇ ਵਿੱਚ ਕੋਈ ਏਰੀਆ ਹੌਟਸਪੌਟ ਵਾਲਾ ਹੈਗਾ, ਜਲੰਧਰ ਅੰਮ੍ਰਿਤਸਰ ਦੇ ਵਿੱਚ ਹੈਗਾ, ਉਹਨਾਂ ਏਰੀਆਜ਼ ਦੇ ਵਿੱਚ ਇਹ ਹਦਾਇਤਾਂ ਲਾਗੂ ਨਹੀਂ ਹੋਣਗੀਆਂ। ਪਰ ਉਹ ਏਰੀਆ ਜਿਹੜਾ ਸੇਫ ਮੰਨਿਆ ਜਾ ਰਿਹਾ ਹਾਲੇ ਤੱਕ, ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਮਰੀਜ਼ ਨਹੀਂ ਮਿਲਿਆ ਜਾਂ ਕੋਈ ਸ਼ੱਕੀ ਮਰੀਜ਼ ਨਹੀਂ ਮਿਲਿਆ, ਉੱਥੇ ਇਹਨਾਂ ਹਦਾਇਤਾਂ ਦਾ ਪਾਲਣ ਕੀਤਾ ਜਾ ਸਕਦਾ। ਸੋ ਇੱਕ ਰਾਹਤ ਜਿਹੜੀ ਹੈ ਉਹ ਹਰ ਫਿਰਕੇ, ਹਰ ਵਰਗ ਨੂੰ ਦੇਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਨਾਲ ਹੀ ਇੱਕ ਹੋਰ ਗੱਲ ਜਿਹੜੀ ਇੱਥੇ ਸੋਚਣ ਤੇ ਸਮਝਣ ਵਾਲੀ ਹੈ, ਆਪਣੇ ਜ਼ਿਹਨ ਦੇ ਵਿੱਚੋਂ ਇਹ ਥੋੜ੍ਹਾ ਜਿਹਾ ਸਾਨੂੰ ਰੱਖਣਾ ਪਏਗਾ ਕਿ ਜਿਹੜੀਆਂ ਨਿਯਮਾਂ ਦੇ ਵਿੱਚ ਕੁਝ ਸ਼ਰਤਾਂ ਦੇ ਵਿੱਚ ਛੋਟ ਦਿੱਤੀ ਗਈ ਹੈ, ਕੁਝ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਕਰੋਨਾ ਦਾ ਡਰ ਘਟ ਗਿਆ, ਕਰੋਨਾ ਬਿਮਾਰੀ ਦਾ ਕਹਿਰ ਘਟ ਗਿਆ। ਉਹਦਾ ਮਤਲਬ ਇਹ ਹੈ ਕਿ ਆਰਥਿਕ ਅਦਾਰੇ ਨੇ ਜਿਹੜੇ ਉਹ ਕਲੈਪਸ ਨਾ ਹੋ ਜਾਣ, ਤੁਹਾਡੀ ਰੋਜ਼ਮर्रा ਦੀ ਜ਼ਿੰਦਗੀ ਹੈ ਜਿਹੜੀ ਉਹ ਖੜੋਤ ਵੱਲ ਨਾ ਆ ਜੇ। ਥੋੜਾ ਬਹੁਤਾ ਕੁਛ ਨਾ ਕੁਛ ਚੱਲਦਾ ਰਹਿਣਾ ਚਾਹੀਦਾ, ਆਰਥਿਕ ਹਾਲਾਤ ਬਹੁਤ ਜ਼ਿਆਦਾ ਨਾ ਵਿਗੜਨ। ਇਸ ਲਈ ਸ਼ਾਇਦ ਇਹ ਰਿਆਇਤਾਂ ਦਿੱਤੀਆਂ ਗਈਆਂ ਨੇ। ਮਨ ਦੇ ਵਿੱਚ
ਕਰੋਨਾ ਪ੍ਰਤੀ ਬੇਪਰਵਾਹੀ ਕੱਢਣੀ ਚਾਹੀਦੀ ਹੈ, ਕਿਉਂਕਿ ਜੇ ਤੁਸੀਂ ਕੰਮ ਧੰਦੇ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਕਰੋਨਾ ਖਤਮ ਹੋ ਗਿਆ। ਸਰਕਾਰ ਨੇ ਇਸ ਲਈ ਇਹ ਸਾਰੀਆਂ ਚੀਜ਼ਾਂ ਖੋਲ੍ਹ ਦਿੱਤੀਆਂ। ਸਰਕਾਰ ਨੇ ਸਿਰਫ ਇਸ ਲਈ ਇਹ ਚੀਜ਼ਾਂ ਖੋਲ੍ਹੀਆਂ ਨੇ ਤਾਂ ਜੋ ਆਰਥਿਕ ਸਥਿਤੀ ਪੂਰੀ ਤਰ੍ਹਾਂ ਖਤਮ ਨਾ ਹੋ ਜਾਏ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਸੋ ਸਾਡੇ ਵੱਲੋਂ ਤਾਂ ਇਹੀ ਅਪੀਲ ਹੈ, ਜੇ ਤੁਹਾਡਾ ਸਰਦਾ ਹੋਵੇ ਤਾਂ ਹੀ ਤੁਸੀਂ ਘਰ ਬੈਠੋ। ਜੇ ਤੁਹਾਡਾ ਨਾ ਸਰਦਾ ਹੋਵੇ, ਤੁਹਾਨੂੰ ਮੁਸ਼ਕਲ ਬਹੁਤ ਆ ਰਹੀ ਹੋਵੇ, ਤਾਂ ਤੁਸੀਂ ਇਹਨਾਂ ਕੰਮਾਂ ਕਾਰਾਂ ਤੇ ਜਾ ਸਕਦੇ ਹੋ। ਜੇਕਰ ਤੁਸੀਂ ਇਹਨਾਂ ਅਦਾਰਿਆਂ ਨਾਲ, ਜੇਕਰ ਤੁਸੀਂ ਇਹਨਾਂ ਕਿੱਤਿਆਂ ਨਾਲ ਜੁੜੇ ਹੋਏ ਹੋ ਤਾਂ ਤੁਸੀਂ 20 ਅਪ੍ਰੈਲ ਤੋਂ ਬਾਅਦ ਕੰਮ ਕਰ ਸਕਦੇ ਹੋ। ਹਾਲਾਂਕਿ ਪੰਜਾਬ ਸਰਕਾਰ ਦੀਆਂ ਲਾਸਟ ਹਦਾਇਤਾਂ ਨੇ ਜਿਹੜੀਆਂ ਉਹ ਆਉਣ ਵਾਲੀਆਂ ਨੇ। ਫਾਈਨਲ ਹਦਾਇਤਾਂ ਕੀ ਹੁੰਦੀਆਂ ਨੇ ਉਹ ਆਉਣਗੀਆਂ, ਜਿਵੇਂ ਉਹ ਆਉਣਗੀਆਂ ਉਹ ਵੀ ਤੁਹਾਡੇ ਤੱਕ ਪਹੁੰਚਾ ਦਾਂਗੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ ਭੰਬਲ ਭੂਸਾ ਉਹ ਖਤਮ ਹੋ ਜਾਏ। ਧੰਨਵਾਦ।